ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਤੇ ਲਾਹੇ ਬਖਸ਼ੇ ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ। ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ। ਅਬ ਮੋਹਿ ਰਾਮ ਜਸੋ ਮਨ ਗਾਇਆ। ਭਇਓ ਪ੍ਰਗਾਸ ਸਦਾ ਸੁਖ ਮਨ ਮੈਂ। ਸਤਿਗੁਰ ਪੂਰਾ ਪਾਇਓ ਰਹਾਉ। ਗੁਣ ਨਿਧਾਨ ਹਿਰਦ ਪੀਤਰ ਵਸਿਆ। ਤਾਂ ਦੁਖ ਭਰਮ ਭਉ ਭਾਗਾ। ਭਈ ਪ੍ਰਾਪਤ ਵਸਤ ਅਗੋਚਰ। ਰਾਮ ਨਾਮ ਰੰਗ ਲਾਗਾ। ਚਿੰਤ ਅਚਿੰਤਾ ਸੋਚ ਅਸੋਚਾ। ਸੋਗ ਲੋਭ ਮੋਹ ਥਾਕਾ। ਹਉ ਮੈਂ ਰੋਗ ਮਿਟੇ ਕਿਰਪਾ ਤੇ। ਜਮ ਤੇ ਭਏ ਬੇਬਾਕਾ। ਗੁਰ ਕੀ ਟਹਿਲ ਗੁਰੂ ਕੀ ਸੇਵਾ। ਗੁਰ ਕੀ ਆਗਿਆ ਬਾਣੀ। ਕਹੋ ਨਾਨਕ ਜਿਨ ਜਮ ਤੇ ਕਾਢੇ। ਤਿਸ ਗੁਰ ਕੈ ਕੁਰਬਾਨੀ। ਕਹੋ ਨਾਨਕ ਜਿਨ ਜਮ ਤੇ ਕਾਢੇ। ਤਿਸ ਗੁਰ ਕੈ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਨਸੀਬ ਹੋਏ ਨੇ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ 671 ਅੰਕ 'ਤੇ ਹੈ। ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਬਚਨ ਕਰ ਰਹੇ ਨੇ। ਸਰਵਣ ਕਰੀਏ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ। ਜੋਤਸ਼ੀ ਲੋਕ ਜਿਹੜੇ ਨੇ ਉਹ ਦਿਨ ਦੱਸਣਗੇ ਵੀ ਆਹ ਦਿਨ ਚੰਗਾ ਆਹ ਦਿਨ ਮਾੜਾ। ਫਿਰ ਮਹੂਰਤ ਕੱਢਦੇ ਆ ਵੀ ਆਹ ਟਾਈਮ ਜਿਹੜਾ ਆ ਚੰਗਾ। ਵੱਖ ਵੱਖ ਕਾਰਜਾਂ ਲਈ ਵੱਖ ਵੱਖ ਸਮਾਂ ਨਿਰਧਾਰਿਤ ਕੀਤਾ ਹੋਇਆ। ਵਿਆਹ ਸ਼ਾਦੀ ਦਾ ਵੱਖਰਾ, ਜੇ ਕਿਸੇ ਨੇ ਮਕਾਨ ਬਣਾਉਣਾ ਉਹ ਲਈ ਵੱਖਰਾ। ਸੋ ਸਾਰਾ ਉਹਨਾਂ ਨੇ ਆਪਣੇ ਹਿਸਾਬ ਨਾਲ ਕੀਤਾ ਹੈ। ਪਰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਲੇ ਦਿਨ ਕਿਹਨੂੰ ਕਹਿੰਦੇ ਨੇ? ਕਹਿੰਦੇ ਉਹ ਭਲੇ ਦਿਨ ਹੁੰਦੇ ਨੇ ਜਦੋਂ ਕਿਸੇ ਪੂਰਨ ਪੁਰਖ ਦੇ ਦਰਸ਼ਨ ਦੀਦਾਰ ਹੁੰਦੇ ਨੇ। ਉਹ ਦਿਨ ਭਲਾ ਧੰਨ ਨੇ ਉਹ ਸੋ ਜਿਨ੍ਹਾਂ ਨੂੰ ਪੂਰੇ ਪੁਰਖਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਹੈ। ਆ ਜਿਹੜੀ ਗੁਰਬਾਣੀ ਹੈ
ਇਹ ਪੂਰੇ ਪੁਰਖਾਂ ਦੀ ਉਚਾਰਨ ਕੀਤੀ ਹੋਈ ਹੈ। ਆਈ ਤਾਂ ਸੋ ਮਨੁੱਖ ਦੇ ਮੁਖਾਰਬਿੰਦ 'ਚੋਂ ਹੈ, ਚਾਹੇ ਭਗਤ ਨੇ ਚਾਹੇ ਗੁਰੂ ਸਾਹਿਬਾਨ ਨੇ, ਪਰ ਉਹਨਾਂ ਦਾ ਤਾਂ ਸਾਡਾ ਫਰਕ ਬੜਾ ਵੀ। ਉਹ ਪੂਰਨ ਪੁਰਖ ਨੇ। ਜਿਹੜਾ ਹੁਣ ਗੁਰਬਾਣੀ ਦੇ ਨਾਲ ਜੁੜਦਾ ਹੈ, ਜਿਹਨੂੰ ਗੁਰਬਾਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਸਮਾਂ ਮਿਲਦਾ ਹੈ, ਬੜੀ ਕਿਰਪਾ ਉੱਤੇ। ਅਤੇ ਜਦੋਂ ਸਮਾਂ ਹੁੰਦਾ ਹੈ, ਉਹ ਸਮਾਂ ਭਲਾ ਹੁੰਦਾ ਜੀ। ਉਹ ਸਮਾਂ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਜਦੋਂ ਹੁਣ ਗੁਰਬਾਣੀ ਦੀ ਸਮਝ ਪੈਂਦੀ, ਦੁਆਰਾ ਹੀ ਹੈ। ਜਦੋਂ ਗੁਰਬਾਣੀ ਦੀ ਸਾਂਝ ਪਵੇ, ਇਹਨੂੰ ਦੁਆਰਾ ਕਿਹਾ ਜਾਂਦਾ ਹੈ। ਜਦੋਂ ਜੇ ਗੁਰਬਾਣੀ ਦੀ ਨਾ ਸਮਝ ਪਵੇ, ਫਿਰ ਵਾਰ-ਵਾਰ ਘੁੰਮਦਾ। ਮਹਿਲ ਦੇ ਮਹਿਲ ਤਾਂ ਮਿਲ ਗਿਆ, ਗੁਰਬਾਣੀ ਤਾਂ ਮਿਲ ਗਈ, ਹੁਣ ਸਮਝ ਨਹੀਂ ਪੈ ਰਹੀ, ਸਮਝ ਨਹੀਂ ਪੈ ਰਹੀ, ਵਾਰ-ਵਾਰ ਘੁੰਮਣ ਵਾਲੀ ਗੱਲ ਹੈ। ਜੋ ਸੁੱਖ ਅੰਦਰ ਹੁੰਦਾ ਉਹ ਬਾਹਰ ਕਿੱਥੇ ਹੁੰਦਾ ਹੈ। ਕਹਿੰਦੇ ਉਹ ਦਿਨ ਭਲਾ, ਉਹ ਸਮਾਂ ਭਲਾ, ਜਦੋਂ ਸਾਧੂ ਦੇ ਦਰਸ਼ਨ ਸੋਝੀ ਨੂੰ ਕਿਹਾ ਜਾਂਦਾ, ਜਦੋਂ ਗੁਰਬਾਣੀ ਦੀ ਸੋਝੀ ਪ੍ਰਾਪਤ ਹੁੰਦੀ ਹੈ। ਮਹਾ ਆਨੰਦ ਸਦਾ ਕਾਰ ਕੀਰਤਨ ਪੁਰਖ ਵਿਦਾਤਾ ਪਾਏ। ਉਹਦੀ ਕੀਰਤੀ ਦੇ ਵਿੱਚ ਮਹਾ ਆਨੰਦ ਹੈ। ਜਿਹੜੇ ਦੁਨੀਆ ਦੇ ਸੁੱਖ ਜਿਹੜੇ ਨੇ ਤਾਂ ਆਨੰਦ ਵਿੱਚ ਵੀ ਨਹੀਂ ਆਉਂਦੇ। ਜਿਹੜੇ ਦੁਨੀਆ ਦੇ ਸੁੱਖ ਨੇ ਤਾਂ ਆਨੰਦ ਵਿੱਚ ਵੀ ਹੈ ਨਹੀਂ। ਜਿਹਨੂੰ ਅਸੀਂ ਆਨੰਦ ਕਹਿ ਦਿੰਦੇ ਹਾਂ, ਪਰ ਆਨੰਦ ਵਿੱਚ ਵੀ ਹੈ ਨਹੀਂ ਇਹ ਤਾਂ ਸੁੱਖ ਦੁਨੀਆ ਦੇ। ਪਰ ਜਿਹੜਾ ਉਹਦੀ ਕੀਰਤੀ ਕਰਨੀ ਹੈ ਨਾ, ਉਹਦੀ ਕੀਰਤੀ ਵਿੱਚ ਮਹਾ ਆਨੰਦ ਕਹਿ ਦਿੱਤਾ। ਆਨੰਦ ਤਾਈਂ ਪਹੁੰਚਣਾ ਵੀ ਬੜਾ ਔਖਾ, ਬੜੀ ਮੁਸ਼ਕਿਲ ਨਾਲ ਆਨੰਦ ਮਿਲਦਾ ਹੈ। ਅਤੇ ਜਦੋਂ ਜਿਹਨੂੰ ਮਹਾ ਆਨੰਦ ਮਿਲ ਜਾਵੇ, ਉਹਦੀ ਕੀਰਤੀ ਮਹਾ ਆਨੰਦ, ਮਹਾ ਆਨੰਦ ਮਿਲਦਾ। ਅਤੇ ਫਿਰ ਹੋਰ ਕੀ ਕਹਿੰਦੇ, ਜਿੱਥੋਂ ਮਹਾ ਆਨੰਦ ਨਿਕਲਦਾ ਸੋਮ ਉਹ ਪੁਰਖ ਵਿਧਾਤਾ ਪਰਮਾਤਮਾ ਪਰਮੇਸ਼ਰ ਉਹਨੂੰ ਹੀ ਪਾ ਲੈਂਦਾ। ਉਹਦੇ ਵਰਗਾ ਭਾਵ ਆਪ ਹੀ ਆਨੰਦ ਸਰੂਪ ਹੀ ਬਣ ਜਾਂਦਾ। ਕਹਿੰਦੇ ਬਾਣੀ ਰੂਪ ਹੀ ਹੋ ਜਾਂਦਾ। ਅਬ ਮੋਹ ਰਾਮ ਜਸੋ ਮਨ ਗਾਇਓ। ਪਹਿਲੋਂ ਕੀ ਸੀ? ਪਹਿਲੋਂ ਅੱਖਾਂ ਪੜ੍ਹਦੀਆਂ ਸੀ ਅਤੇ ਮੂੰਹ ਗਾਉਂਦਾ ਸੀ, ਕੰਨ ਸੁਣਦੇ ਸੀ। ਹੁਣ ਕੀ ਹੈ? ਮਨ ਹੀ ਪੜ੍ਹਦਾ, ਮਨ ਹੀ ਗਾਉਂਦਾ, ਮਨ ਹੀ ਸੁਣਦਾ। ਹੁਣ ਆਹ ਅਵਸਥਾ ਬਣ ਗਈ। ਅਬ ਮੋਹੇ ਰਾਮ ਜਸੋ ਮਨ ਗਾਇਓ। ਇਹ ਸਾਰਾ ਕੁਝ ਸਿਸਟਮ ਮਨ ਦੇ ਵਿੱਚ ਹੀ ਚੱਲ ਪੈਂਦਾ ਜੀ। ਭਇਓ ਪਰਗਾਸ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ। ਸਤਿਗੁਰੂ ਪੂਰਾ ਪਾਇਓ ਤੋਂ ਅਰਥ ਹੁੰਦਾ ਬ੍ਰਹਮ ਦਾ ਪੂਰਾ ਗਿਆਨ ਹੋ ਜਾਣਾ, ਸੋਝੀ ਪੈ ਜਾਣੀ। ਬ੍ਰਹਮ ਰੂਪ ਜਿਹੜਾ ਹੋ ਜਾਂਦਾ ਉਹਨੂੰ ਕਿਹਾ ਜਾਂਦਾ ਸਤਿਗੁਰ ਪੂਰਾ ਪਾਇਓ, ਜਿਹੜਾ ਬ੍ਰਹਮ ਰੂਪ ਹੋ ਜਾਂਦਾ ਹੈ। ਹੁਣ ਉਹਦੀ ਕਿਰਪਾ ਹੋ ਗਈ, ਮਿਹਰ ਹੋ ਗਈ। ਜਦੋਂ ਹੀ ਅੰਦਰ ਪ੍ਰਕਾਸ਼ ਗੁਰਬਾਣੀ ਨੇ ਸੋਝੀ ਦਿੱਤੀ, ਚਾਨਣ ਹੋਇਆ, ਅਤੇ ਉਹ ਫਿਰ ਵਾਧਾ ਹੁੰਦਾ ਨਾ। ਜਿੱਦਾਂ ਸੂਰਜ ਜਦੋਂ ਨਿਕਲਦਾ ਅਤੇ ਸਾਰਾ ਆਕਾਸ਼ ਚਾਨਣ ਦੇ ਨਾਲ ਭਰ ਜਾਂਦਾ। ਸੂਰਜ ਤਾਂ ਇੱਕ ਨਿੱਕੀ ਜਿਹੀ ਟਿੱਕੀ ਹੈ ਆਕਾਸ਼ ਦੇ ਮੁਕਾਬਲੇ, ਅਤੇ ਸੂਰਜ ਨੂੰ ਦੇਖ ਲਓ ਤਾਂ ਕਿੰਨਾ ਕੁ ਦੀਦਾ, ਕਿਤੇ ਸੂਰਜ ਫੁੱਟਬਾਲ ਦੀਦਾ, ਕਿਉਂਕਿ ਆਕਾਸ਼ ਵੱਡਾ ਆ। ਪਰ ਉਹ ਫੁੱਟਬਾਲ ਵਰਗਾ ਦਿਸਦਾ ਸੂਰਜ ਜਿਹੜਾ, ਅਤੇ ਸਾਰੇ ਆਕਾਸ਼ ਨੂੰ ਚਾਨਣ ਦੇ ਨਾਲ ਭਰ ਦਿੰਦਾ ਹੈ। ਜਦੋਂ ਗੁਰਬਾਣੀ ਦਾ ਥੋੜ੍ਹਾ ਜਿਹਾ ਗਿਆਨ ਹੁੰਦਾ ਨਾ ਜੀ, ਫਿਰ ਅੰਤਰਾਤਮਾ ਪ੍ਰਕਾਸ਼ ਦੇ ਨਾਲ ਭਰ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਗਿਆਨ ਚੱਲਦਾ ਆ ਅੰਤਰਾਤਮੇ, ਫਿਰ ਰੋਮ ਦੇ ਵਿੱਚ ਸਮਾ ਜਾਂਦਾ। ਉਹਨੂੰ ਕਹਿੰਦੇ ਸਤਿਗੁਰੂ ਪੂਰਾ ਪਾਇਓ। ਸੰਪੂਰਨ ਰੂਪ ਦੇ ਵਿੱਚ ਅੰਤਰ ਆਤਮੇ ਗਿਆਨ ਹੋ ਜਾਣਾ, ਉਹਨੂੰ ਕਹਿੰਦੇ ਸਤਿਗੁਰ ਪੂਰਾ। ਇਹ ਪੂਰਨ ਬ੍ਰਹਮ ਹੋ ਜਾਂਦਾ। ਬ੍ਰਹਮ ਤਾਂ ਸਾਰੇ ਹੀ ਹੈ, ਸਾਰੇ ਹੀ ਬ੍ਰਹਮ ਹੀ ਹੈ, ਜਿੰਨੇ ਨੇ ਸਾਰੇ ਬ੍ਰਹਮ ਹੈ। ਬ੍ਰਹਮ ਦਿਸਾ, ਬ੍ਰਹਮ ਸੁਣੀ ਹੈ, ਇੱਕ ਇੱਕ ਵਿਖਾਣੀ ਹੈ, ਸਾਰਿਆਂ ਵਿੱਚ ਬ੍ਰਹਮ ਹੈ। ਪਰ ਪੂਰਨ ਬ੍ਰਹਮ ਨਹੀਂ ਹੈ। ਪੂਰਨ ਬ੍ਰਹਮ ਹੁੰਦਾ ਜਦੋਂ ਬ੍ਰਹਮ ਚੱਲ ਪੈਂਦਾ ਅੰਦਰ। ਇਹ ਜਦੋਂ ਬ੍ਰਹਮ ਚੱਲਦਾ ਅੰਦਰ, ਉਸ ਵੇਲਾ ਭਾਈ ਕੱਲੀ ਕੱਲੀ ਨਾੜ। ਭਗਤ ਕਬੀਰ ਜਦੋਂ ਬਚੋਗੇ 70 ਦੋਏ ਭਰੇ ਅੰਮ੍ਰਿਤ ਸਰ ਵਿਖ ਕੋ ਮਾਰ ਕਢਾਵੋ।
ਸੋ ਜਦੋਂ ਮਨ ਹੀ ਪੂਰੀ ਤਰ੍ਹਾਂ ਭਿੱਜ ਗਿਆ, ਪਿਤਾ ਨੇ ਤਾਂ ਚਲੋ ਇਹ ਤਾਂ ਮਿਸਾਲ ਦਿੱਤੀ ਨਾ ਵੀ ਇਕੱਲੀ ਇਕੱਲੀ ਨਾੜ ਵਿੱਚ ਚੱਲਦਾ, ਮਿਸਾਲ ਆ। ਹੁਣ ਭਿੱਜ ਗਏ, ਸਾਰਾ ਸਰੀਰ ਹੀ ਮਨ ਵਿੱਚ ਭਿੱਜ ਗਿਆ ਉਸ ਬ੍ਰਹਮ ਦੇ ਵਿੱਚ। ਪੂਰਨ ਬ੍ਰਹਮ ਹੀ ਪਾਰ ਬ੍ਰਹਮ ਬਣਦਾ। ਪੂਰਨ ਬ੍ਰਹਮ ਨੂੰ ਹੀ ਪਾਰ ਬ੍ਰਹਮ ਦੇ ਦੇਸ਼ ਵਿੱਚ ਐਂਟਰੀ ਹੈ, ਅਤੇ ਜਿਹੜਾ ਬ੍ਰਹਮ ਪੂਰਨ ਨਹੀਂ ਹੈ ਉਹਦੀ ਕੋਈ ਐਂਟਰੀ ਨਹੀਂ ਹੈ। ਉਹ ਤਾਂ ਫਿਰ ਆਹ ਜਿਹੜਾ ਬਣਾਇਆ ਖੇਡ ਤਮਾਸ਼ਾ ਇਹਦੇ ਵਿੱਚ ਹੀ ਰਹਿੰਦਾ ਹੈ। ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਨੇ ਰਹਾਓ, ਗੁਣ ਨਿਦਾਨ ਗੁਣਾਂ ਦਾ ਖਜ਼ਾਨਾ, ਰਿਦ ਭੀਤਰ ਵਸਿਆ, ਤਾ ਦੁਖ ਪਰਮ ਪਉ ਭਾਗਾ। ਗੁਣਾਂ ਦਾ ਖਜ਼ਾਨਾ ਪਰਮੇਸ਼ਰ ਦਾ ਗਿਆਨ ਹੁੰਦਾ। ਗੁਣਾਂ ਦਾ ਖਜ਼ਾਨਾ ਨਾਮ ਜਿਹਨੂੰ ਆਪਾਂ ਕਹਿੰਦੇ, ਪਰਮੇਸ਼ਰ ਦਾ ਗਿਆਨ, ਬਾਣੀ ਦਾ ਗਿਆਨ। ਫਿਰ ਨਾ ਦੁੱਖ ਰਹਿੰਦਾ, ਨਾ ਭਰਮ ਰਹਿੰਦਾ, ਨਾ ਡਰ ਰਹਿੰਦਾ। ਭਰਮ ਕਰਕੇ ਹੀ ਡਰਦਾ, ਭਰਮ ਕਰਕੇ ਹੀ ਦੁਖੀ ਹੈ। ਤੈ ਭਰਮ ਅੰਧੇਰਾ ਜਾਈ। ਇਹ ਭਰਮ ਦਾ ਅੰਧੇਰਾ ਥੋੜ੍ਹੀ ਕੱਟਿਆ ਜਾਂਦਾ, ਨਹੀਂ ਕੱਟਿਆ ਜਾਂਦਾ। ਭਾਵੇਂ ਕਰੋੜਾਂ ਸੂਰਜ ਆ ਜਾਣ, ਭਰਮ ਦਾ ਅੰਧੇਰਾ ਕਿੱਥੋਂ ਕੱਟਿਆ ਜਾਊ। ਨਹੀਂ ਤਾਂ ਫਿਰ ਤਾਂ ਭਾਈ ਦਿਨੇ ਨੂੰ ਸਾਰਿਆਂ ਦੇ ਅੰਦਰੋਂ ਭਰਮ ਹੀ ਦੂਰ ਹੋ ਜਾਵੇ, ਸੂਰਜ ਚੜ੍ਹ ਜਾਂਦਾ ਹੈ। ਦਿਨੇ ਨੂੰ ਜੇ ਭਰਮ ਦੇ ਬਾਹਰਲੇ ਚਾਨਣ ਦੇ ਨਾਲ ਭਰਮ ਦਾ ਹਨੇਰਾ ਦੂਰ ਹੋਵੇ, ਰਾਤ ਤਾਂ ਚਲੇ ਗਈ, ਰਾਤ ਤਾਂ ਦੂਰ ਹੋ ਗਈ, ਪਰ ਜਿਹੜਾ ਅੰਦਰ ਭਰਮ ਦਾ ਹਨੇਰਾ ਉਹ ਤਾਂ ਨਹੀਂ ਇਸ ਚਾਨਣ ਨਾਲ ਦੂਰ ਹੁੰਦਾ, ਉਹ ਤਾਂ ਗੁਰਬਾਣੀ ਦੇ ਚਾਨਣ ਨਾਲ ਹੀ ਦੂਰ ਹੁੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਇਹ ਫਿਰ ਦੁੱਖ ਵੀ, ਭਰਮ ਵੀ, ਡਰ ਵੀ, ਇਹ ਫਿਰ ਭੱਜ ਜਾਂਦਾ, ਦੌੜ ਜਾਂਦਾ ਜਦੋਂ ਭੀਤਰ ਵਸਦਾ ਗਿਆਨ ਉਸਦਾ। ਭਈ ਪ੍ਰਾਪਤ ਵਸਤ ਅਗੋਚਰ, ਰਾਮ ਨਾਮ ਰੰਗ ਲਾਗਾ। ਉਹ ਵਸਤੂ ਜਿਹੜੀ ਕਿ ਫੜੀ ਨਹੀਂ ਜਾਂਦੀ, ਹੈਗੀ ਭੀਤਰ ਹੀ ਹੈ, ਹੈਗੀ ਭੀਤਰ ਹੀ ਹੈ, ਫੜੀ ਨਹੀਂ ਜਾਂਦੀ। ਉਹਦੀ ਸੋਝੀ, ਉਹਦੀ ਜਿਹੜੀ ਸੋਝੀ ਹੈ, ਭਈ ਪ੍ਰਾਪਤ ਵਸਤ ਅਗੋਚਰ, ਇਹਨੂੰ ਕਹਿ ਦਿੱਤਾ ਚੇਤਨ ਸਤਾ, ਕਹਿ ਲਓ ਚੇਤਨ ਸਤਾ। ਸੋ ਅੰਤਰਾਤਮਾ ਦੀ ਸੂਝ, ਚੇਤਨ ਸਤਾ ਆਪਣਾ ਮੂਲ। ਸੋ ਉਹਦੀ ਸੋਝੀ ਨਹੀਂ ਇਹਨੂੰ ਪੈਂਦੀ, ਸੋਝੀ ਨਹੀਂ ਪੈਂਦੀ। ਉਹ ਇਸ ਕਰਕੇ ਅਗੋਚਰ ਹੈ। ਜਿਹੜੀ ਚੀਜ਼ ਦੀ ਸੋਝੀ ਪੈ ਜਾਂਦੀ ਉਹ ਅਗੋਚਰ ਨਹੀਂ ਰਹਿ ਜਾਂਦਾ। ਹੁਣ ਚੰਦ, ਸੂਰਜ, ਤਾਰੇ, ਆਸਮਾਨ ਕਿੰਨੀ ਦੂਰ ਹੈ, ਸਾਡੀ ਪਕੜ 'ਚੋਂ ਬਾਹਰੇ ਆ, ਪਰ ਸੋਝੀ ਕਰਕੇ ਅਗੋਚਰ ਨਹੀਂ ਕਹਿੰਦੇ ਆਪਾਂ। ਦੇਖਦਾ ਜੀ ਸੋਝੀ ਪੈ ਗਈ ਨਾ, ਵੀ ਜਿਹਨਾਂ ਨੂੰ ਨਹੀਂ ਦਿਸਦਾ ਉਹਨਾਂ ਨੂੰ ਕੋਈ ਸੋਝੀ ਨਹੀਂ ਹੈ, ਸੋਝੀ ਉਹਨਾਂ ਨੂੰ ਵੀ ਸੋਝੀ। ਜਦੋਂ ਸੋਝੀ ਪੈ ਜਾਂਦੀ ਫਿਰ ਅਗੋਚਰ ਨਹੀਂ ਹੈ। ਜਿੰਨਾ ਚਿਕਰ ਸੋਝੀ ਨਹੀਂ ਹੈ ਉਹਨਾਂ ਚਿਕਰ ਅਦ੍ਰਿਸ਼ ਵੀ ਹੈ, ਅਗੋਚਰ ਵੀ ਹੈ, ਅਗਮ ਵੀ ਹੈ। ਜਦੋਂ ਸੋਝੀ ਪੈ ਗਈ ਉਦੋਂ ਪਤਾ ਲੱਗ ਗਿਆ। ਹਾਂ ਆ ਵੀ ਉਹਨੂੰ ਅਸੀਂ ਫੜ ਨਹੀਂ ਸਕਦੇ, ਇੰਨੀ ਕੁ ਤਾਂ ਸੋਝੀ ਪੈ ਗਈ ਨਾ, ਉਹਨੂੰ ਅਸੀਂ ਫੜ ਨਹੀਂ ਸਕਦੇ। ਆਸ ਗੱਲ ਦੀ ਸੋਝੀ ਹੈ ਜਿਹੜੇ, ਬਸ ਬਹੁਤ ਵੱਡੀ ਗੱਲ। ਬੰਦਾ ਫਿਰ ਸੋ ਕਹਿੰਦਾ ਜੇ ਮੈਂ ਉਹਨੂੰ ਨਹੀਂ ਫੜ ਸਕਦਾ, ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿਓ, ਸੌਖਾ ਤਰੀਕਾ। ਫੜ ਤਾਂ ਮੈਂ ਸਕਦਾ ਨਹੀਂ, ਅਤੇ ਫਿਰ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿਓ। ਜਿੱਦਾਂ ਕੁੱਜੇ 'ਚ ਸਮੁੰਦਰ ਤਾਂ ਪੈਂਦਾ ਨਹੀਂ, ਕੁੱਜਾ ਤਾਂ ਪੈ ਜਾਂਦਾ ਨਾ ਸਮੁੰਦਰ 'ਚ, ਕੁੱਜੇ ਨੂੰ ਸਮੁੰਦਰ 'ਚ ਪਾ ਦਿਓ, ਉੱਥੇ ਗੱਲ ਆਉਂਦੀ। ਕਹਿੰਦੇ ਬ੍ਰਹਮ ਦਿਸਿਆ ਬ੍ਰਹਮ ਸੁਣੀਆ ਏਕ ਇੱਕ ਵਖਾਣੀਆਂ। ਆਲੇ ਦੁਆਲੇ ਸਾਰੇ ਪਾਸੇ ਬ੍ਰਹਮ ਅਨੁਭਵ ਕਰੋ, ਬ੍ਰਹਮ ਅੰਦਰ, ਬ੍ਰਹਮ ਆ ਗਿਆ ਅੰਦਰ। ਇਹ ਸੋਝੀ ਬਾਣੀ ਦੇ ਨਾਲ ਹੀ ਸਾਰੀ ਪ੍ਰਾਪਤ ਹੁੰਦੀ ਹੈ। ਫਿਰ ਕੀ ਕਹਿੰਦੇ ਰਾਮ ਨਾਮ ਰੰਗ ਲਾਗਾ। ਇਸ ਗੱਲ ਦੀ ਜੋ ਸੋਝੀ ਪੈ ਗਈ, ਹਰ ਵਕਤ ਰੰਗ ਲੱਗਾ ਰਹਿੰਦਾ, ਫਿਰ ਆਨੰਦ ਬਣਿਆ ਰਹਿੰਦਾ। ਚਿੰਤ ਅਚਿੰਤਾ ਸੋਚ ਅਸੋਚਾ, ਸੋਗ ਲੋਭ ਮੋਹ ਥਾਕਾ। ਅਸਲ ਦੇ ਵਿੱਚ ਬੰਦਾ ਨਾ ਜਦੋਂ ਬੁੱਢਾ ਹੁੰਦਾ ਹੈ, ਇਹਦਾ ਸਰੀਰ ਥੱਕਦਾ, ਅਤੇ ਮੋਹ ਥੱਕਿਆ ਕਦੀ ਬੁੱਢੇ ਬੰਦੇ ਦਾ। ਜਿਹੜੇ ਬੱਚੇ ਹੁੰਦੇ ਆ ਆਖਿਰਕਾਰ, ਜਿਹੜੇ ਅਨਾਥ ਆਸ਼ਰਮਾਂ ਜਾਂ ਕੇਅਰ ਸੈਂਟਰਾਂ 'ਚ ਰਹਿੰਦੇ ਹੈ, ਬਿਰਧ ਆਸ਼ਰਮ ਜਿਹੜੇ ਨੇ, ਸੋ ਉਹ ਜਿਹੜੇ ਉਹਨਾਂ ਦੇ ਬੱਚੇ ਹੈ ਨਹੀਂ, ਉਹਨਾਂ ਦਾ ਪਰਿਵਾਰ ਹੈ ਨਹੀਂ, ਹੈਗੇ। ਹੁਣ ਉਹਨਾਂ ਨੇ ਭਾਵੇਂ ਕਦੀ ਵੀ ਨਾ ਚੇਤੇ ਕੀਤਾ ਹੋਵੇ ਕਿ ਸਾਡੇ ਬਜ਼ੁਰਗ ਕੇਅਰ ਸੈਂਟਰ 'ਚ ਰਹਿੰਦੇ ਆ,
ਪਰ ਉਹ ਜਿਹੜੇ ਬਜ਼ੁਰਗ ਬੈਠੇ ਉਹਨਾਂ ਦੇ ਅੰਦਰ ਉੱਦਾਂ ਹੀ ਮੋਹ ਹੈ ਜੀ, ਨਹੀਂ ਥੱਕਿਆ, ਸਰੀਰ ਥੱਕਿਆ ਹੈ। ਬੁੱਢੇ ਹੋਣ ਦੇ ਨਾਲ ਸਰੀਰ ਥੱਕਦਾ ਹੈ, ਅੱਖਾਂ ਦੀ ਜੋਤ ਥੱਕ ਗਈ, ਕੰਨ ਥੱਕ ਗਏ, ਜੀਭਾ ਥੱਕ ਗਈ, ਹਾਂਜੀ ਹੱਥ ਪੈਰ ਢਲਕ ਗਏ। ਨਾ ਤਾਂ ਕਹਿੰਦੇ ਮੋਹ ਥੱਕਿਆ, ਨਾ ਲੋਭ ਥੱਕਿਆ, ਨਾ ਸੋਗ ਥੱਕਿਆ, ਇਹ ਨਹੀਂ ਥੱਕੇ। ਫਿਰ ਚਿੰਤ ਅਚਿੰਤਾ, ਸੋਚ ਅਸੋਚਾ। ਹੁਣ ਕਹਿੰਦੇ ਇਹਨਾਂ ਨੂੰ ਥਕਾਉਣਾ ਹੈ। ਜਦੋਂ ਸੋਗ ਲੋਭ ਮੋਹ ਥੱਕਦਾ ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਕਹਿੰਦੇ ਚਿੰਤਾ ਤੋਂ ਰਹਿਤ ਹੋ ਜਾਂਦਾ, ਸੋਚ ਤੋਂ ਅਸੋਚ ਹੋ ਜਾਂਦਾ। ਵੀ ਜੇ ਤੂੰ ਚਾਹਨਾ ਨਾ ਵੀ ਇਹ ਥੱਕ ਜਾਣ ਚੀਜ਼ਾਂ, ਸੋਗ ਲੋਭ ਮੋਹ ਇਹ ਚੀਜ਼ਾਂ ਥੱਕ ਜਾਣ, ਫਿਰ ਚਿੰਤ ਤੋਂ ਅਚਿੰਤ ਹੋ ਜਾ, ਸੋਚ ਤੋਂ ਅਸੋਚ ਹੋ ਜਾ। ਸੋਚ ਤੋਂ ਅਸੋਚ ਹੋ ਜਾ, ਚਿੰਤ ਤੋਂ ਅਚਿੰਤ ਤੋਂ ਆਪਣੇ ਆਪ ਹੀ ਹੋਣਾ। ਜਿੰਨਾ ਚਿਰ ਸੋਚ ਤੋਂ ਅਸੋਚ ਨਹੀਂ ਹੁੰਦਾ ਉਹਨਾਂ ਚਿਰ ਚਿੰਤ ਤੋਂ ਅਚਿੰਤ ਨਹੀਂ ਹੋ ਸਕਦਾ। ਜਿਹੜਾ ਚਿੰਤ ਤੋਂ ਅਚਿੰਤ ਹੋ ਗਿਆ ਉਹਦਾ ਫਿਰ ਸੋਗ ਲੋਭ ਮੋਹ ਇਹ ਚੀਜ਼ਾਂ ਕਿਤੇ ਥੱਕ ਜਾਂਦੀਆਂ। ਹਉ ਮੈਂ ਰੋਗ ਮਿਟੇ ਕਿਰਪਾ ਤੇ, ਜਮ ਤੇ ਭੈ ਬਿਵਾਕਾ। ਹਉਮੈ ਦਾ ਰੋਗ ਕਿਤੇ ਮਿਟਦਾ? ਹਉਮੈ ਦਾ ਰੋਗ ਨਹੀਂ ਮਿਟਦਾ। ਜਿੰਨਾ ਮਰਜ਼ੀ ਬੰਦਾ ਕੋਸ਼ਿਸ਼ ਕਰੇ ਵੀ ਚਲੇ ਹਉਮੈ ਦਾ ਰੋਗ ਮੈਨੂੰ ਤੰਗ ਕਰਦਾ, ਉਹਦੇ ਵਿੱਚ ਬੰਦਾ ਯਤਨ ਤਾਂ ਕਰਦਾ ਹੀ ਹੈ ਨਾ। ਹਉਮੈ ਦਾ ਰੋਗ ਮਿਟਾਉਣ ਵਾਸਤੇ ਯਤਨ ਕਰਨੇ ਪੈਂਦੇ ਨੇ। ਆਪਣੇ ਆਪ ਨੂੰ ਜਾਂ ਦਾਸ ਕਹਿਣਾ, ਸੇਵਕ ਕਹਿਣਾ, ਜਾਂ ਬਰਤਨਾਂ ਦੀ ਸੇਵਾ ਕਰੋ, ਝਾੜੂ ਦੀ ਸੇਵਾ ਕਰੋ ਵੀ ਮੈਨੂੰ ਕਿਸੇ ਤਰੀਕੇ ਨਾਲ ਹਉਮੈ ਮੇਰੇ 'ਚੋਂ ਨਿਕਲ ਜਾਵੇ। ਸੋ ਇਹ ਯਤਨ ਕਰਨੇ ਪੈਂਦੇ, ਕਰਦੇ ਨੇ ਕਰਨੇ ਵਾਲੇ ਭਾਈ ਕਰਦੇ ਨੇ। ਪਰ ਜਿੰਨੇ ਮਰਜ਼ੀ ਕਿਸੇ ਯਤਨ ਕਰ ਲਓ, ਜਿਹੜੀ ਹਉਮੈ ਦਾ ਰੋਗ ਨਹੀਂ ਜਾਂਦਾ, ਕਹਿੰਦੇ ਨਹੀਂ ਜਾਂਦਾ। ਸੇਵਾ ਕਰਦੇ ਲੜ ਪੈਂਦੇ ਆ, ਹਾਂਜੀ ਸੇਵਾ ਕਰਦੇ ਲੜਦੇ ਨਹੀਂ। ਲੜੇ ਕਿਉਂ? ਕਿਉਂਕਿ ਅੰਦਰ ਹਉਮੈ ਸੀ, ਇਸ ਕਰਕੇ ਲੜਾਈ ਹੋ ਗਈ ਸਾਰੀ। ਸੋ ਇਹ ਜਿਹੜਾ ਹਉਮੈ ਦਾ ਰੋਗ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਮਿਟੇ ਕਿਰਪਾ ਤੇ। ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ ਉਨਾ ਚਿਰ ਹਉਮੈ ਦਾ ਰੋਗ ਨਹੀਂ ਮਿਟਦਾ, ਕਹਿੰਦੇ। ਅਤੇ ਹਉਮੈ ਦੇ ਰੋਗ ਦੇ ਵਿੱਚ ਸਾਰਾ ਸੰਸਾਰ ਗ੍ਰਸਤ ਹੋਇਆ ਪਿਆ। ਜਿਸ ਦੇ ਅੰਦਰੋਂ ਹਉਮੈ ਦਾ ਰੋਗ ਖਤਮ ਹੋ ਜਾਂਦਾ, ਉਸ ਦੇ ਅੰਦਰੋਂ ਜਮ ਤੇ ਭੈ ਬਿਵਾਕਾ, ਜਮਾਂ ਦਾ ਡਰ ਖਤਮ ਹੁੰਦਾ। ਜੇ ਹਉਮੈ ਦਾ ਰੋਗ ਨਹੀਂ ਗਿਆ ਤੇ ਜਮ ਦਾ ਡਰ ਵੀ ਬਰਕਰਾਰ ਹੈ। ਇਹ ਜਮ ਦੇ ਭੈ ਤੋਂ ਕਦੀ ਮੁਕਤ ਨਹੀਂ ਹੋ ਸਕਦਾ, ਕਹਿੰਦੇ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਜਦੋਂ ਅੰਦਰ ਹਉਮੈ ਹੁੰਦੀ ਹੈ ਅਤੇ ਉਸ ਵਕਤ ਨਾ ਤਾਂ ਸਾਨੂੰ ਗੁਰੂ ਦੀ ਸੇਵਾ ਅਤੇ ਨਾ ਗੁਰੂ ਦੀ ਆਗਿਆ ਨਹੀਂ ਚੰਗੀ ਲੱਗਦੀ ਹੈ। ਕਿੱਥੇ ਚੰਗੀ ਲੱਗਦੀ? ਹੁੰਦਾ ਕੀ ਹੈ, ਹੁਣ ਮਹਾਰਾਜ ਕਹਿੰਦੇ ਹੈ ਵੀ ਜੋ ਗੁਰਸਿੱਖਾਂ ਨੂੰ ਲੋੜ ਹੈ ਸੋ ਗੁਰ ਖੁਸ਼ੀ ਆਵੇ। ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਬਿਨ ਸਤਿਗੁਰ ਕੀ ਆਗਿਆ, ਗੁਰੂ ਦੀ ਆਗਿਆ ਤੋਂ ਬਿਨਾਂ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੀਐ। ਜਦੋਂ ਗੁਰੂ ਦੀ ਆਗਿਆ ਤੋਂ ਬਿਨਾਂ, ਗੁਰੂ ਦੇ ਹੁਕਮ ਤੋਂ ਬਿਨਾਂ, ਗੁਰੂ ਕੇ ਸਿੱਖਾਂ ਪਾਸੋਂ ਕੁਝ ਕਰਾਉਣਾ ਚਾਹੁੰਦਾ ਆਪਣੀ ਮਨਮਰਜ਼ੀ ਦੇ ਨਾਲ, ਤਿਸ ਗੁਰਸਿੱਖ ਫਿਰ ਨੇੜ ਨਾ ਆਵੇ। ਕਹਿੰਦੇ ਇੱਕ ਤਾਂ ਹੋ ਗਿਆ ਨਾ ਵੀ ਗੁਰੂ ਕੇ ਸਿੱਖ ਉਹਦੇ ਨੇੜੇ ਨਹੀਂ ਆਉਂਦੇ, ਦੂਸਰਾ ਗੁਰਸਿੱਖੀ ਹੈ ਨਹੀਂ ਉਹਦੇ ਨੇੜੇ। ਉਹ ਗੁਰਸਿੱਖੀ ਨੂੰ ਸਮਝ ਹੀ ਨਹੀਂ ਸਕਿਆ ਵੀ ਗੁਰਸਿੱਖੀ ਹੈ ਕੀ। ਗੁਰਸਿੱਖੀ ਤਾਂ ਸਿੱਖਾਂ ਦੇ ਵਿੱਚ ਹੈ। ਗੁਰਸਿੱਖੀ ਜਿਹੜੀ ਅਸੀਂ ਦੇਖਣ ਲੱਗ ਪਏ, ਫਲਾਨਾ ਬੰਦਾ ਆ, ਫਲਾਨਾ ਨਾਂ ਆ, ਉਹਦੇ ਗੁਣ ਅਵਗੁਣ ਵੇਖਦੇ, ਫਿਰ ਗੁਰਸਿੱਖੀ ਨਹੀਂ ਲੱਭਦੀ। ਜਦੋਂ ਅਸੀਂ ਜੋਤ ਦੀ ਜਾਤ ਵੇਖਣ ਲੱਗ ਪੈਂਦੇ ਨਾ, ਫਿਰ ਗੁਰਸਿੱਖੀ ਨਹੀਂ ਲੱਭਦੀ। ਅਤੇ ਗੁਰਸਿੱਖੀ ਜਿਹੜੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਵੇਂ ਥੋੜ੍ਹੇ ਕਹਿੰਦੇ ਗੁਰਸਿੱਖੀ ਬਰੀਕ ਹੈ, ਕਹਿੰਦੇ ਬੜੀ ਬਰੀਕ ਹੈ। ਇਹਦੇ ਵਿੱਚ ਜੋ ਕੁਝ ਕਰਨਾ ਪੈਂਦਾ ਆਪਣੇ ਆਪ 'ਤੇ ਕਰਨਾ ਪੈਂਦਾ, ਆਪਣੇ ਆਪ ਨੂੰ ਕਹਿਣਾ ਪੈਂਦਾ, ਆਪਣੇ ਆਪ ਨੂੰ ਸੁਣਾਉਣਾ ਪੈਂਦਾ, ਆਪਣੇ ਆਪ ਨੂੰ ਹੀ ਬਦਲਣਾ ਪੈਂਦਾ, ਆਪਣੇ ਆਪ ਨੂੰ ਬਦਲਣਾ ਪੈਂਦਾ। ਗੁਰਸਿੱਖ ਬਣਨਾ ਸੌਖਾ ਕਿਤੇ, ਬੜਾ ਔਖਾ। ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਦਿੱਤੀ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੂੰ, ਅਤੇ ਉਸ ਵੇਲੇ ਮਾਤਾ ਜੀ ਮਰਵਾਹੀ ਜੀ ਸੂਰਜਮਲ ਆਪਣੇ ਪੁੱਤਰ ਨੂੰ ਲੈ ਕੇ ਕਹਿੰਦੇ ਚੱਲ ਪੁੱਤਰ ਗੁਰਤਾ ਗੱਦੀ ਤਾਂ ਪੋਤਰੇ ਨੂੰ ਦਿੱਤੀ, ਸਾਡਾ ਇੱਥੇ ਕੀ ਕੰਮ ਹੈ, ਆਪਾਂ ਚਲੀਏ। ਗਏ ਤਾਂ ਮਾਤਾ ਨਾਨਕੀ ਵੀ ਹੈ ਗੁਰੂ ਤੇਗ ਬਹਾਦਰ ਨੂੰ ਲੈ ਕੇ, ਪਰ ਉਹ ਆਗਿਆ 'ਚ ਗਏ ਨੇ,
ਉਹ ਹੁਕਮ 'ਚ ਗਏ ਨੇ, ਉਹ ਨਾਰਾਜ਼ ਹੋ ਕੇ ਨਹੀਂ ਗਏ। ਉਹਨੇ ਆਗਿਆ ਪੁੱਛੀ ਸੀ ਵੀ ਸਾਡੇ ਵਾਸਤੇ ਕੀ ਆਗਿਆ। ਮਹਾਰਾਜ ਕਹਿੰਦੇ ਚਲ ਜਾਓ, ਸੋ ਬਕਾਲੇ ਚਲ ਜਾਓ ਪਾਤਸ਼ਾਹ ਕਹਿੰਦੇ, ਅਤੇ ਇਹ ਨਾਰਾਜ਼ ਹੋ ਕੇ ਗਏ। ਛੇਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ, ਮਹਾਰਾਜ ਨੇ ਫਿਰ ਸਿੱਖਾਂ ਨੂੰ ਕਿਹਾ ਜਾਓ ਸੂਰਜ ਮੱਲ ਨੂੰ ਕਹਿੰਦੇ ਲੈ ਕੇ ਆਓ। ਸੂਰਜ ਮੱਲ ਨੂੰ ਲੈ ਆਂਦਾ। ਸੂਰਜ ਮੱਲ ਨੂੰ ਮਹਾਰਾਜ ਕਹਿੰਦੇ ਵੀ ਹਾਂ ਵੀ ਗੁਰਤਾ ਗੱਦੀ ਚਾਹੀਦੀ ਹੈ। ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਗਿਆ ਕਾਹਤੇ? ਕਹਿੰਦਾ ਮਹਾਰਾਜ ਮਾਤਾ ਨੇ ਕਿਹਾ ਤਾਂ ਤੁਰ ਪਿਆ, ਤੁਹਾਡਾ ਹੁਕਮ ਆ ਗਿਆ ਤਾਂ ਆ ਗਿਆ। ਫਿਰ ਚਾਹੀਦਾ ਕੀ ਹੈ? ਕਹਿੰਦਾ ਮਹਾਰਾਜ ਗੁਰਸਿੱਖੀ ਚਾਹੀਦੀ ਹੈ, ਗੁਰਸਿੱਖੀ, ਸਿਰਫ ਸਿੱਖ ਬਣਾ ਲਓ, ਹੋਰ ਕੁਝ ਨਹੀਂ ਚਾਹੀਦਾ। ਸੋ ਭਾਈ ਜਿਹੜਾ ਸਿੱਖ ਬਣ ਗਿਆ ਉਹ ਹਰ ਵਕਤ ਗੁਰੂ ਉਹਦੇ ਅੰਗ ਸੰਗ ਹੁੰਦਾ, ਸਿੱਖ ਦੇ ਹੀ ਅੰਗ ਸੰਗ ਹੈ। ਬਾਕੀ ਤਾਂ ਸਾਰੇ ਆਪਾਂ ਆਪਣੇ ਕਰਮਾਂ ਅਨੁਸਾਰ ਆਪਣਾ ਲੇਖਾ ਭੋਗਦੇ ਪਏ ਨੇ, ਅਤੇ ਜਿਹੜਾ ਗੁਰੂ ਉਹਨਾਂ ਜਿਹੜਾ ਅੰਗ ਸੰਗ ਤਾਂ ਵਿਖਣੇ ਸਿੱਖ ਦੇ ਹੁੰਦਾ, ਹਰ ਅੰਦਰ ਵੀ ਬਾਹਰ ਵੀ, ਆਲੇ ਦੁਆਲੇ ਸਾਰੇ ਪਾਸੇ ਸਦਾ ਅੰਗ ਸੰਗੀ। ਕਿਹਨੂੰ ਕਹਿਤਾ? ਗੁਰਸਿੱਖ ਨੂੰ ਕਹਿਤਾ। ਗੁਰਸਿੱਖ ਦੇ ਗੁਰਸਿੱਖੀ ਛੋਟੀ ਜਿਹੀ ਗੱਲ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੁੰਦਾ ਨਾ ਉਹਨੂੰ ਗੁਰੂ ਕੀ ਆਗਿਆ ਚੰਗੀ ਲੱਗਦੀ ਹੈ। ਗੁਰੂ ਕੀ ਆਗਿਆ, ਜਿਸ ਨੂੰ ਗੁਰੂ ਦੀ ਆਗਿਆ ਚੰਗੀ ਲੱਗਣੀ ਉਹ ਹੀ ਗੁਰੂ ਦੀ ਸੇਵਾ ਕਰ ਸਕਦਾ ਹੈ। ਜਿਹਨੂੰ ਗੁਰੂ ਦੀ ਆਗਿਆ ਹੀ ਚੰਗੀ ਨਹੀਂ ਲੱਗਦੀ ਉਹਨੂੰ ਗੁਰੂ ਦੀ ਸੇਵਾ ਕੀ ਕਰੇਗਾ ਭਾਈ। ਹੁਣ ਗੁਰੂ ਦੀ ਆਗਿਆ ਵੀ ਭਾਂਡੇ ਸਾਫ਼ ਕਰ ਲਾ, ਗੁਰੂ ਦੀ ਆਗਿਆ ਵੀ ਹੁਣ ਝਾੜੂ ਮਾਰਨਾ, ਉਹ ਆਗਿਆ ਚੰਗੀ ਲੱਗਣੀ। ਇਹੋ ਹੀ ਅਸਲ ਦੇ ਵਿੱਚ ਉਹ ਸੇਵਾ ਕਿਹਦੀ ਹੈ? ਭਾਂਡੇ ਕਿਹਦੇ ਨੇ? ਉੱਥੇ ਲੰਗਰ ਕੌਣ ਛਕਦਾ? ਸੰਗਤ ਕਿਹਦੀ ਹੈ? ਗੁਰੂ ਦੀ ਆਗਿਆ ਹੋ ਗਈ ਵੀ ਹਾਂ ਬਈ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਪਾਠ ਸਿਖਾਓ, ਬਾਣੀ ਪੜ੍ਹਾਓ। ਸਭ ਤੋਂ ਉੱਤਮ ਸੇਵਾ, ਸਭ ਤੋਂ ਉੱਤਮ ਸੇਵਾ ਜੋ ਸ਼ਬਦ ਦਾ ਗਿਆਨ ਕਰਾ ਦੇਣਾ, ਸਭ ਤੋਂ ਉੱਤਮ ਸੇਵਾ। ਅਤੇ ਇਹ ਆਗਿਆ ਕਿਹਦੀ? ਗੁਰੂ ਦੀ। ਸੇਵਾ ਕਿਹਦੀ? ਗੁਰੂ ਦੀ। ਗੁਰੂ ਕੇ ਸਿੱਖਾਂ ਦੀ ਸੇਵਾ ਹੀ ਗੁਰੂ ਕੀ ਸੇਵਾ ਹੁੰਦੀ ਹੈ। ਇਹ ਨਹੀਂ ਵੀ ਹਾਂ ਵੀ ਮੈਂ ਕੇਵਲ ਗੁਰੂ ਕੀ ਸੇਵਾ ਇਹੀ ਆ ਵੀ ਰੁਮਾਲਿਆਂ ਦੀ ਸੇਵਾ ਹੈ ਅਤੇ ਬਸ ਇਹੋ ਹੀ ਮੈਂ ਕਹਾਂ, ਨਹੀਂ। ਗੁਰੂ ਕੀ ਸੇਵਾ ਜਿਹੜੀ ਗੁਰੂ ਦੀ ਸੇਵਾ ਸਭ ਤੋਂ ਵੱਡੀ ਸੇਵਾ ਗੁਰੂ ਕੇ ਗਿਆਨ ਦੀ ਹੁੰਦੀ ਹੈ। ਇਹ ਆਪਣੇ ਆਪ ਨੂੰ ਦੇਣਾ, ਆਪਣੇ ਆਪ ਦਾ ਭਲਾ ਕਰਨਾ, ਆਪਣੇ ਆਪ 'ਤੇ ਉਪਕਾਰ। ਇੱਕ ਤਾਂ ਹੁੰਦਾ ਪਰ ਉਪਕਾਰ, ਇੱਕ ਹੁੰਦਾ ਉਪਕਾਰ। ਹਾਂਜੀ, ਉਪਕਾਰ ਕਰਦਾ ਨਹੀਂ, ਪਰ ਉਪਕਾਰ ਨੂੰ ਦੌੜਦਾ ਪਿਆ। ਆਪਣੇ ਬਾਰੇ ਵੀ ਸੋਚ ਲਾ ਕੁਝ ਵੀ ਪਰਦੇਸੀ ਹੋਇਆ ਪਿਆ ਮਨ, ਜੋਨਾਂ 'ਚ ਭਟਕਦਾ ਫਿਰਦਾ, ਉਪਕਾਰ ਕਰੇ ਤੇ ਭਲਾ ਕਰੇ, ਸਦਾ ਭਲਾ ਕਰੇ ਨੂੰ ਬਾਣੀ ਵਾਲੇ ਪਾਸੇ ਲਾ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਬਾਣੀ। ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਣੀ। ਤੇ ਜਮਾਂ ਤੋਂ ਬਚਾਉਂਦਾ ਕੌਣ ਹੈ? ਗੁਰੂ ਬਚਾਉਂਦਾ। ਜਮਾਂ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲਦੀ ਜੀ। ਉਹਨਾਂ ਨੂੰ ਕਿਹਾ ਬਲ ਵਾਲੇ, ਉਹਨਾਂ ਨੂੰ ਬਲ ਵਾਲੇ ਕਿਹਾ। ਜਮ ਜਿਹੜੇ ਬਲ ਵਾਲੇ ਨੇ ਭਾਈ, ਬਲ ਵਾਲੇ ਹਨ ਤਦੇ ਤਾਂ ਆ ਜਿਹੜੇ ਹੁਕਮਰਾਨ ਨੇ ਜਿਨ੍ਹਾਂ ਤੋਂ ਸਾਰੇ ਡਰਦੇ ਨੇ, ਰਾਜੇ ਮਹਾਰਾਜੇ, ਅਤੇ ਜਦੋਂ ਜਮ ਉਹਨਾਂ ਨੂੰ ਲੈਣ ਆਉਂਦੇ ਨੇ ਤਾਂ ਫਿਰ ਉਹਨਾਂ ਅੱਗੇ ਹੱਥ ਜੋੜ ਕੇ ਖੜ੍ਹ ਜਾਂਦੇ ਆ। ਕਦੀ ਦੇਖਿਓ ਕੋਈ ਆ ਜਿਹੜੇ ਸ਼ੇਰ, ਬੱਬਰ ਸ਼ੇਰ ਸਾਰੇ ਜਾਨਵਰਾਂ 'ਤੇ ਰਾਜ ਕਰਦੇ ਨੇ, ਹਾਥੀ ਵੀ ਡਰਦੇ ਨੇ ਇਹਨਾਂ ਤੋਂ। ਅਤੇ ਜਦੋਂ ਕਦੀ ਇਹਨਾਂ ਦੀ ਮੌਤ ਆਉਂਦੀ ਹੈ, ਇਹ ਮੌਤ ਤੋਂ ਡਰਦੇ ਨੇ। ਇਹ ਮੌਤ ਕੋਈ ਜਾਨਵਰ ਤਾਂ ਮਾਰ ਨਹੀਂ ਸਕਦਾ ਇਹਨਾਂ ਨੂੰ, ਤਾਕਤ ਬੜੀ ਹੈ। ਫਿਰ ਇਹਨਾਂ ਨੂੰ, ਫਿਰ ਜਦੋਂ ਇਹਨਾਂ ਦੇ ਪ੍ਰਾਣ ਨਿਕਲਦੇ ਨਾ, ਕੀ ਇਹਨਾਂ ਦੀ ਹਾਲਤ ਹੁੰਦੀ ਹੈ। ਇਹ ਵੀ ਡਰਦੇ ਨੇ, ਇਹਨਾਂ 'ਤੇ ਵੀ ਹੈ ਹੁਕਮ। ਜਦੋਂ ਆ ਜਾਂਦੇ ਨਾ ਇਹਨਾਂ ਨੂੰ ਲੈਣ ਵਾਸਤੇ, ਤਾਂ ਇਹ ਵੀ ਘਬਰਾਉਂਦੇ ਨੇ, ਡਰਦੇ ਨੇ। ਸੋ ਇੰਝ ਸਰੀਰ ਕਰਕੇ ਜਿੱਡਾ ਮਰਜ਼ੀ ਕੋਈ ਤਾਕਤਵਰ ਹੈ, ਮਾਇਆ ਕਰਕੇ ਤਾਕਤਵਰ ਹੈ, ਫੌਜਾਂ ਕਰਕੇ ਕੋਈ ਤਾਕਤਵਰ ਹੈ, ਅਤੇ ਜਮਾਂ ਦੇ ਅੱਗੇ ਸਭ ਡਰਦੇ ਨੇ, ਸਾਰੇ ਹੱਥੇ ਜੋੜਦੇ ਨੇ। ਜਮਾਂ ਦੇ ਅੱਗੇ ਪੇਸ਼ ਨਹੀਂ ਜਾਂਦੀ ਨਾ। ਜਮਾਂ ਤੋਂ ਕੌਣ ਛਡਾਉਂਦਾ ਹੈ? ਕਹਿੰਦੇ ਭਾਈ ਗੁਰੂ ਛਡਾ ਸਕਦਾ, ਕਿਉਂਕਿ ਜਮ ਵੀ ਉਹਦੀ ਆਗਿਆ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਜਮ ਮਿਲੇ ਦੇ ਭੇਟ ਗੁਰੂ ਕੇ ਸੇਵਕ ਦੇ ਅੱਗੇ ਹੱਥ ਜੋੜ ਕੇ ਮਿਲਦੇ ਨੇ। ਜਮ ਭੇਟਾ ਦੇ ਕੇ, ਭੇਟਾ ਇਹੋ ਹੀ ਹੈ, ਨਿਮਰਤਾ ਦੇ ਨਾਲ ਮਿਲਣਾ। ਜੇ ਨਿਮਰਤਾ ਹੀ ਨਹੀਂ ਅਤੇ ਭਾਈ ਫਿਰ ਕੁਛ ਭੇਟਾ ਰੱਖੀ ਦਾ ਕੀ ਫਾਇਦਾ ਹੋਇਆ? ਅਸਲ ਭੇਟਾ ਤਾਂ ਨਿਮਰਤਾ ਹੋ ਗਈ ਨਾ, ਆਪਣਾ ਆਪ ਰੱਖਣਾ। ਅਸਲ ਭੇਟਾ ਤਾਂ ਇਹ ਹੋ ਗਈ ਨਾ। ਸੋ ਇੰਝ ਤਨੋ ਮਨੋ ਮਾਣ ਸਤਿਕਾਰ ਕਰ ਦੇਣਾ, ਇਹ ਤੋਂ ਵੱਡੀ ਕਿਹੜੀ ਭੇਟਾ ਹੋ ਸਕਦੀ ਹੈ? ਤਨੋ ਮਨੋ ਮਾਣ ਸਤਿਕਾਰ ਕਰਨਾ ਸਭ ਤੋਂ ਵੱਡੀ ਭੇਟਾ। ਸੋ ਜਾਵੇਂ ਤਾਂ ਭੇਟ ਦੇ ਕੇ ਮਿਲਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ,
ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਹ ਦਿਨ ਜਿਹੜੇ ਨੇ ਹੋਲੀਆਂ ਦੇ ਚੱਲਦੇ ਨੇ, ਹੋਲਾ ਮਹੱਲਾ। ਇਹਨਾਂ ਦਿਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਹੋਲੀ ਮਨਾਈ ਜਾਂਦੀ ਸੀ ਨਾ, ਮਹਾਰਾਜ ਨੇ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ। ਹੋਲਾ ਮਹੱਲਾ ਮਹਾਰਾਜ ਨੇ ਉਹਨਾਂ ਦਿਨਾਂ 'ਚ ਇੰਝ ਹੀ ਹੁੰਦਾ ਸੀ। ਜਦੋਂ 10ਵੇਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਹੁੰਦੇ ਸੀ, ਲੰਗਰ ਲੱਗਣੇ, ਸੰਗਤਾਂ ਨੇ ਜੋਟੀਆਂ ਦੇ ਰੂਪ ਵਿੱਚ ਆਉਣਾ, ਸ਼ਬਦ ਪੜ੍ਹਦਿਆਂ ਨੇ ਜਾਣਾ। ਸੋ ਹੁਣ ਉਹੀ ਸਰੂਪ ਦੇਖਣ ਚੱਲਦਾ ਕਿ ਅਨੰਦਪੁਰ ਸਾਹਿਬ ਜਾਓ, ਕਿਵੇਂ ਸੰਗਤਾਂ ਪਹੁੰਚਦੀਆਂ ਅਨੰਦਪੁਰ ਸਾਹਿਬ ਦੇ ਵਿੱਚ, ਕਿਵੇਂ ਮੇਲਾ ਲੱਗਦਾ। ਇਹ ਹੋਲਾ ਮਹੱਲਾ। ਪਰ ਇਹਦੇ ਵਿੱਚ ਜਿੱਦਾਂ ਬਾਹਰ ਰੰਗ ਪੈਂਦੇ, ਕਹਿੰਦੇ ਮਨ ਰੰਗੋ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਉਹਾਰਾਂ ਦਾ ਰੂਪ ਬਦਲ ਕੇ ਰੱਖ ਦਿੱਤਾ। ਮਹਾਰਾਜ ਨੇ ਉਹਨਾਂ ਦੁਆਰਾ ਉਪਦੇਸ਼। ਇਹਨਾਂ ਤਿਉਹਾਰਾਂ 'ਚ ਦੀਵਾਲੀ 'ਤੇ ਸੰਗਤ ਆਉਂਦੀ ਸੀ, ਹੋਲੇ ਮਹੱਲੇ 'ਤੇ, ਹੋਲੀ 'ਤੇ ਸੰਗਤ ਨੇ ਗੁਰੂ ਘਰ ਵਿੱਚ ਆਉਣਾ, ਵਿਸਾਖੀ ਹੋਣੀ। ਤਾਂ ਗੁਰੂ ਅਮਰਦਾਸ ਜੀ ਤੋਂ ਵਿਸਾਖੀ ਮਨਾਉਣੀ ਸ਼ੁਰੂ ਹੋਈ। ਗੁਰੂ ਅਮਰਦਾਸ ਜੀ 10ਵੇਂ ਪਾਤਸ਼ਾਹ ਜੀ ਨੇ ਮੋਹਰ ਹੀ ਲਾਤੀ ਪੱਕੀ, ਖਾਲਸਾ ਪੰਥ ਸਾਜ ਦਿੱਤਾ। ਗੁਰੂ ਕਿਰਪਾ ਕਰੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬਾਣੀ ਦੇ ਨਾਲ ਜੋੜਨ, ਗੁਰਸਿੱਖ ਬਣਾਉਣ, ਸੇਵਾ ਲੈਣ ਮਹਾਰਾਜ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋਂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ। ਕਾਲਾ ਜਿਤ ਕਰ ਧਾਰੀਆਂ, ਪੰਜ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕਉਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋ ਤਿਤ ਕਰ ਅਨਹਦ ਵਾਜੇ। ਅਨ ਸੁਣੋ ਬਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਪਹਿ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੈ। ਬੈਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੈ। ਬੈਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਰ ਅਰਦਾਸ ਜੀਉ, ਪਿੰਡ ਸਭ ਤੇਰੀ ਨਾਸ। ਮਾਤ ਪਿਤਾ ਹਮ ਵਾਰਿਕ ਤੇਰੇ, ਤੁਮਰੀ ਕਿਰਪਾ ਸੁਖ ਕਨੇਰ। ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਕਤ ਨਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਰ ਸ਼੍ਰੀ ਗੁਰੂ ਜੀ ਕੀ ਪਾਤਸ਼ਾਹ ਜੀ ਨੇ ਵਰਤੋਂ ਦੀ ਸੂਝ ਕਰ ਨਾਮ ਨੇ ਤਿਆ ਇੱਕ ਗੁਰੂ ਦੇ ਅਰਦਾਸ ਰਾਮਦਾਸ।
तेग बहादुर सिमरिया करनौन की आविता ये सखाई सहाय श्री गुरु गोबिंद सिंह साहिब जी महाराज सखाई सहाय श्री गुरु ग्रंथ साहिब जी के पाठ की प्रार्थना के नाम से बोलो जी वाहेगुरु। कठिया जगिया तकिया से गुरुवाना जिन्हों जिन्हों नाम जो प्या वाली शके अतीत सुराज के तेरा प्यारिया सचारिया की कमाई का ध्यान खालसा जी बोलो जी वाहेगुरु। इना सिंगा सिंगनी कर दे गड़ी आनारिया नाल किरवाए गुरुद्वारे में सेवा ली कुर्बानियां कीतियां कर नहीं हारिया सिੱਖੀ सदके सांस तेरा समूह शहीदां दी कमाई का ध्यान खालसा जी बोलो जी वाहेगुरु। पंजा तख्तान सरबत गुरुद्वारियां दा ध्यान खालसा जी बोलो जी वाहेगुरु। सरबत खालसा जी की अरदास सरबत खालसा जी को वाहिगुरू नाम चितिया का सदका सब सुख हो गए जा खालसा जी सारे प्रार्थना आज देख देख फतेह वर्द की कायम पंक्ति की सह की सहाय खालसा जी को बोलवाने बोलो जी वाहेगुरु। शिक्षा मुश्किल की सिद्धि का तेज दान रहत दान गरीब दान साथ दान दाना सिर दान नाम दान श्री और सब सह की प्रदर्शन चौकियां झंडे होंगे कोई दान दान का बोलो जी वाहेगुरु। नाम चढ़ती कला खुदा भला। वाहिगुरु जी का खालसा वाहिगुरु जी की फतेह। तभी चलायो पंथ गुरु मान्यो ग्रंथ प्रगट गुरां की दे खोज शब्द मैले आकी रहे न कोए बचे शरण जो होए चढ़े सूत्रे पार गुर पार उतारण हार कलगी सो है सीस गुरु कलगी तर जगदीश। सत श्री अकाल। वाहिगुरु जी का खालसा वाहिगुरु जी की फतेह। सतनाम श्री वाहिगुरु जीओ। तुमरी शरण तुम्हारी आसा तुम ही सज्जन सुहेले राखो राखन हार दयाला नानक घर के गोले सुकाहु टल गुरु सेविया अहनिस सहज सुभाए दर्शन परसिया गुरु का जन्म मरण दुख जाए होवै सिफत खसम दी नूरे अरसों कुरसों चटिया तुद डिठे सच्चे पातशाह माल जन्म जन्म दी कटिया। सुहे महला पंजवा बहती जात
ਕਦੇ ਦ੍ਰਿਸ਼ਟ ਨਾ ਧਾਰਤ। ਮਿਥਿਆ ਮੋਹ ਬੰਦਾ ਹੈ ਨਿਤ ਪਾਰਚ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਮਿਥਿਆ ਮੋਹ ਬੰਦਾ ਹੈ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰੈਣੀ। ਜਨਮ ਪਦਾਰਥ ਜੀਤ ਹਰਿ ਸ਼ਰਣੀ ਰਹਾਉ। ਕਰਤ ਬਿਕਾਰ ਦਉ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਭਰਣ ਭੁਖਣ ਸੰਗ ਆਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਰਣ ਸਮਰੱਥ ਅਗੋਚਰ ਸੁਆਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ। ਸਰਣ ਸਮਰੱਥ ਅਗੋਚਰ ਸੁਆਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ